मैं गुरजीत ਸਿੰਘ ਸੰਧੂ ਤੁਸੀਂ ਦੇਖ ਰਹੇ ਹੋ ਫਾਸਟ ਵੇ ਨਿਊਜ਼ ਚੈਨਲ। ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਸ਼ਖਸ ਨਾਲ ਕਿਸੇ ਨਾ ਕਿਸੇ ਮੁੱਖ ਵਿਅਕਤੀ ਨਾਲ ਤੁਹਾਡੀਆਂ ਮੁਲਾਕਾਤਾਂ ਜਿਹੜੀਆਂ ਕਰਵਾਉਂਦੇ ਰਹਿੰਦੇ ਆ ਔਰ ਉਹਨਾਂ ਤੋਂ ਸਵਾਲ ਜਵਾਬ ਕਰਦੇ ਹਾਂ। ਜੋ ਜਨਤਾ ਦੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ ਉਹ ਅਸੀਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਅੱਜ ਜਿਹੜਾ ਕਿਸਾਨੀ ਸੰਘਰਸ਼ ਡਿੱਗ ਚੁੱਕਿਆ ਸੀ ਬਿਲਕੁਲ ਇੱਕ ਵਾਰ, ਔਰ ਇੱਕ ਅੱਖ ਦੇ ਵਿੱਚੋਂ ਹੰਝੂ ਡਿੱਗਣ ਤੋਂ ਬਾਅਦ ਕਿਸਾਨੀ ਸੰਘਰਸ਼ ਉਸੇ ਹੀ ਮੁੜ ਲਹਿ ਦੇ ਉੱਪਰ ਆ ਗਿਆ ਔਰ ਦਿੱਲੀ ਦੀਆਂ ਬਰੂਹਾਂ ਉੱਪਰ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਬੈਠ ਗਿਆ। ਲੇਕਿਨ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਹਜੇ ਤੱਕ ਵੀ ਉੱਥੇ ਹੀ ਅੜਿਆ ਹੋਇਆ ਹੈ। ਕੇਂਦਰ ਸਰਕਾਰ ਜੋ ਕਾਲੇ ਕਾਨੂੰਨ ਨੇ ਉਹ ਰੱਦ ਕਰਨ ਵਾਸਤੇ ਤਿਆਰ ਨਹੀਂ, ਲੇਕਿਨ ਕਿਸਾਨ ਜੋ ਆਪਣੀ ਜਿੱਦ ਉੱਪਰ ਅੜਿਆ ਹੋਇਆ ਵੀ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਰਹਿਣਾ। ਜਿੱਥੋਂ ਕਿਤੋਂ ਲੱਗ ਰਿਹਾ ਵੀ ਕੇਂਦਰ ਸਰਕਾਰ ਨੂੰ ਮਜਬੂਰ ਹੋਣਾ ਪੈਣਾ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ। ਬਿਲਕੁਲ ਤੁਸੀਂ ਸਹੀ ਪਛਾਣਿਆ ਜੀ, ਉਹ ਲੀਡਰ ਨੇ ਰਾਕੇਸ਼ ਟਕੈਤ ਜੋ ਸਾਡੇ ਅੱਜ ਵਿਚਕਾਰ ਨੇ। ਉਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਵੀ ਕੀ ਕਾਲੇ ਕਾਨੂੰਨ ਕਿੱਥੋਂ ਤੱਕ ਪਹੁੰਚੇ ਨੇ। ਸਭ ਤੋਂ ਪਹਿਲਾਂ ਜੀ ਟਕੈਤ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ। ਧੰਨਵਾਦ ਜੀ, ਧੰਨਵਾਦ। ਹਾਂਜੀ, ਕੁਛ ਲੋਕ ਜਿਹੜੇ ਕਹਿ ਰਹੇ ਨੇ ਵੀ ਜੋ ਕਾਲੇ ਕਾਨੂੰਨ ਨੇ, ਜੋ ਮੋਰਚਾ ਹੈ ਕੁਛ ਨਾ ਕੁਛ ਕਿਤੇ ਨਾ ਕਿਤੇ ਠੀਕ ਆਪਣਾ ਰਾਸਤੇ ਨੂੰ ਲੈ ਕੇ ਜਿਹੜਾ ਬਣਿਆ ਹੋਇਆ ਗਾ ਵੀ ਰਾਸਤਾ ਜਿਹੜਾ ਕਿਸਾਨਾਂ ਨੇ ਰੋਕਿਆ ਹੋਇਆ ਔਰ ਐਲੀਗੇਸ਼ਨ ਵੀ ਇਹ ਲੱਗ ਰਹੇ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੁਹਾਡੀ? देखो, हमने तो रास्ता रोक के रखा है भाई। जिसने रास्ता रोक रखा उससे खुलवाओ। हमें भी दिल्ली जाना है, 11 महीने से हम भी बैठे हुए हैं, हम भी दिल्ली चलेंगे। रास्ता रोक क्या है मोदी सरकार ने, रास्ता वही खोल लेंगे। ਲੇਕਿਨ ਕਿਸਾਨ ਮੋਰਚੇ ਬਾਰੇ ਕੁਝ ਲੋਕ ਕਹਿ ਰਹੇ ਨੇ ਵੀ ਦੀਵਾਲੀ ਤੱਕ ਜਿਹੜਾ ਕਿਸਾਨ ਮੋਰਚਾ ਹੱਲ ਹੋ ਜਾਏਗਾ ਔਰ ਧਰਨੇ ਵਗੈਰਾ ਜਿਹੜੇ ਚੱਕੇ ਜਾਣਗੇ। ਇਸ ਦੇ ਵਿੱਚ ਕਿੰਨਾ ਕੁ ਸੱਚ ਹੈ? हमारे से तो किसी की बातचीत हुई नहीं, और दिवाली तक को समाधान हो जाए तो ठीक है। समाधान तो होना चाहिए। हमने तो पहले भी कहा कि हम बातचीत को तैयार हैं। हमारे कुछ मसले हैं, उस पर सरकार बातचीत करना चाहे तो हम बात करेंगे। ਬਿਲਕੁਲ ਜੀ। ਲਖਮੀਰਪੁਰ ਖੀਰੀ ਦੀ ਘਟਨਾ ਤੋਂ ਬਾਅਦ ਜਿਹੜੇ ਨਿਹੰਗ ਸਿੰਘਾਂ ਨੇ ਇੱਕ ਬੰਦੇ ਦਾ ਜਿਹੜਾ ਉੱਥੇ ਕਤਲ ਕਰ ਦਿੱਤਾ ਸੀ, ਤਾਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕਿੰਨਾ ਕੁ ਜਾਇਜ਼ ਸੀ? कत्ल करना तो कोई जायज होता नहीं, वो किसी ने भी करा है, और जिसने कत्ल करा है वो 4 घंटे बाद में गिरफ्तार हो गया। कानून अपना काम करेगा। ਨਹੀਂ, ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਵੀ ਇਹ ਕਿਸੇ ਸਾਜ਼ਿਸ਼ ਦਾ ਨਤੀਜਾ ਹੈ? हमने ये तो पहले ही कह रहे ना कि ये साजिशन पूर्ण रूप से करा गया काम है। वो लखविंदर कौन था, वो वहाँ तक कैसे गया? उसके परिवार के लोगों ने कहा कि ये 50 रुपये भी जाता था तो शहर तक, इसके पास तो था ही कुछ नहीं, तो इसका मतलब कोई न कोई उसको लेके गया। उससे उस तरह की न्यूसेंस करवाई गई, लोगों को भड़कवाया गया, तो ये सारी चीज़ें हुई है उसमें। ਬਿਲਕੁਲ। ਤੁਹਾਨੂੰ ਲੱਗਦਾ ਨਹੀਂ ਵੀ ਕਤਲ ਹੋਣ ਤੋਂ ਬਾਅਦ ਜਦੋਂ ਇੱਕ ਨਿਹੰਗਾ ਸਿੰਘਾਂ ਨੇ ਇੱਕ ਆਦਮੀ ਦਾ ਜਿਹੜਾ ਕਤਲ ਕਰ ਦਿੱਤਾ, ਉਸ ਤੋਂ ਬਾਅਦ ਕਿਸਾਨੀ ਜਿਹੜਾ ਮੋਰਚਾ ਉਸ ਨੂੰ ਕਿਤੇ ਨਾ ਕਿਤੇ ਧਾਰਮਿਕ ਰੰਗ ਦਿੱਤਾ ਜਾ ਰਿਹਾ ਹੈ? वहाँ पे कोई धार्मिक वो नहीं, हर आदमी वहाँ पे मोर्चे पे जाता है, तो वो धार्मिक आंदोलन वहाँ है ही नहीं। वो धार्मिक कार्ड में भारत सरकार जो मोदी सरकार है वो मोर्चे को बदनाम करना चाहती है। वो अलग अलग तरह के एलिगेशन लगाती है उस पर। कोई खालिस्तानी इसको बताएगा, कोई पाकिस्तानी बताएगा, कोई यूएसए से फंडिंग बताएगा, आज ये धार्मिक वो बताएंगे। तो ये तो सरकारों का एजेंडा है पूर्ण रूप से, और ये चीज़ें चलती रहती है आंदोलनों में। ਬਿਲਕੁਲ ਜੀ। ਇੱਕ ਸਵਾਲ ਜਿਹੜਾ ਹੋਰ ਜਨਤਾ ਦੇ ਦਿਮਾਗ ਦੇ ਵਿੱਚ ਹੈ ਵੀ ਜਿੰਨੀਆਂ ਵੀ ਕਿਸਾਨੀ ਮੀਟਿੰਗਾਂ ਹੋਈਆਂ, ਜੋਗਿੰਦਰ ਯਾਦਵ ਜੀ ਨੂੰ ਉਹਨਾਂ ਮੀਟਿੰਗਾਂ ਦੇ ਵਿੱਚੋਂ ਬਾਹਰ ਰੱਖਿਆ ਹੋਇਆ ਹੈ, ਤੇ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਵੀ ਜੋਗਿੰਦਰ ਯਾਦਵ ਅਗਰ ਮੀਟਿੰਗ ਦੇ ਵਿੱਚ ਆਏਗਾ ਤਾਂ ਸਾਡਾ ਕੋਈ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਨਹੀਂ। ਇਹਦੇ ਵਿੱਚ ਕਿੰਨਾ ਕੁ ਸੱਚ ਲੱਗ ਰਿਹਾ ਹੈ? नहीं, ये तो नहीं बताएगा भी। योगेंद्र यादव तो इस मोर्चे का एक घटक दल है, और इसमें जो 40 मेंबर ये हैं उसका एक मेंबर है। ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦੇ ਲਈ ਹੁਣ ਅੱਗੇ ਜਿਹੜੇ ਸਟੈਪ ਨੇ ਕੀ ਉਪਰਾਲੇ ਕੀਤੇ ਜਾ ਰਹੇ ਨੇ? ਕਿਉਂਕਿ ਕੇਂਦਰ ਸਰਕਾਰ ਦਾ ਤਾਂ ਅੜੀਅਲ ਰਵੱਈਆ ਉਵੇਂ ਦਾ ਉਵੇਂ ਹੀ ਅੜਿਆ ਹੋਇਆ, ਹਜੇ ਤੱਕ ਕੋਈ ਵੀ ਉਹਦਾ ਹੱਲ ਨਹੀਂ ਹੋ ਰਿਹਾ। ਹੁਣ ਅੱਗੇ ਕੀ ਸਟੈਪ ਲੈ ਰਹੇ ਹੋ? देखो, ये आंदोलन चला हुआ है, दिल्ली के चारों तरफ लोग धरने पे बैठे हैं, और पूरे देश में ये आंदोलन है। अगर कर्नाटक और तमिलनाडु की भाषा यहाँ समझ नहीं आती, वहाँ के अखबार यहाँ पे नहीं आते,
तो उसका मतलब ये नहीं कि पूरे देश में आंदोलन नहीं है, पूरे देश भर में आंदोलन है। संयुक्त मोर्चे के लीडर पूरे देश भर में जाते हैं, वहाँ पे मीटिंग करते हैं, और ये आंदोलन अंडर करंट है, पूरे देश में इसका करंट इस आंदोलन का है। ਲਖਮੀਰਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਤਾਂ ਉੱਥੇ ਭਾਜਪਾ ਨੇ ਬਹੁਤ ਵਧੀਆ ਐਕਸ਼ਨ ਲਿਆ ਜਦੋਂ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਉੱਥੇ। ਤਾਂ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਕੇਂਦਰ ਸਰਕਾਰ ਹੈ ਉਹ ਕਿਸਾਨਾਂ ਦੇ ਸੰਘਰਸ਼ ਤੋਂ ਕਿਤੇ ਨਾ ਕਿਤੇ ਡਰੀ ਹੋਈ ਹੈ? लखीमपुर खीरी में वहाँ पे समझौता हुआ था, वहाँ पे दो उसका समझौता है, एक है उत्तर प्रदेश से समझौता और एक है भारत सरकार से। जो उत्तर प्रदेश से समझौता हुआ, उन्होंने वहाँ पे 10,000 लोग थे, उनके परिवार के लोग थे, और 9 लोग यहाँ से थे जो संयुक्त मोर्चे वाले थे। सबके सामने एक समझौता हुआ, और उस समझौते को 4 दिन का उन्होंने टाइम लिया। उसमें नौकरी थी, मुआवजा था, उनके खिलाफ गिरफ्तारी थी, उनके खिलाफ FIR दर्ज करवानी थी, वो सारी चीज़ें वहाँ पे की। 2 मसले अभी रह गए हैं, अजय टैनी की गिरफ्तारी और उसका इस्तीफा। उन्होंने कहा कि वो भारत सरकार का मामला है, हमारे अंडर में नहीं आता। तो वो चीज़ें 4 दिन में वहाँ पे हुई, उसका लड़का गिरफ्तार हुआ। अभी जांच को प्रभावित करेंगे वे, जब तक गृह राज्य मंत्री हैं वो जांच को प्रभावित करता रहेगा। कोई उसके खिलाफ गवाही देने को तैयार नहीं। वो गृह राज्य मंत्री के से अलग वो एक गुंडा प्रवृत्ति का लोग है, उसका गैंग है, चलता है किस्म से वहाँ पे। वो तस्कर है बहुत बड़ा, उनका पूरा गैंग है। जब वो इस्तीफा दे देगा, उसकी गिरफ्तारी हो जाएगी, आगरे की जेल में उसको डाला जाएगा, वहाँ से उसका रिमांड होगा अजय टैनी का। उसके बाद में वो अपने गैंग का पता बताएगा कि कौन कौन है। अभी सरकार पूछताछ उस हिसाब से नहीं कर पाएगी। ਕੁਛ ਪੰਜਾਬ ਦੇ ਵਿੱਚ ਵੀ ਨੇਤਾ ਇਸ ਤਰ੍ਹਾਂ ਦੇ ਨੇਤਾ ਹੈਗੇ ਆ ਜੋ ਸਿਆਸੀ ਜ਼ਮੀਨ ਦੀ ਤਲਾਸ਼ ਕਰ ਰਹੇ ਆ। ਕੀ ਆਪਣਾ ਜੋ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਹੈ ਉਸ ਨੂੰ ਸਾਥ ਦੇ ਰਿਹਾ ਜਾਂ नहीं? संयुक्त मोर्चा तो नॉन पॉलिटिकल है, किसी आदमी को लड़ना होगा तो इंडिविजुअल वो हो सकता है, संयुक्त मोर्चा तो इलेक्शन नहीं लड़ेगा। जिस तरह हुण आपां सियासी ਜ਼ਮੀਨ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜੋ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ, ਤਾਂ ਉਹ ਆਪਣੀ ਇੱਕ ਅਲੱਗ ਪਾਰਟੀ ਜੋ ਤਿਆਰ ਕਰ ਰਹੇ ਨੇ ਔਰ ਕਹਿ ਰਹੇ ਨੇ ਅਗਰ ਖੇਤੀ ਕਾਨੂੰਨਾਂ ਦਾ ਕੁਝ ਹੱਲ ਹੁੰਦਾ ਤਾਂ ਭਾਜਪਾ ਨਾਲ ਗੱਠਜੋੜ ਕਰਕੇ ਮੈਂ ਆਪਣੀ ਨਵੀਂ ਪਾਰਟੀ ਜਿਹੜੀ ਹੈ ਖੜੀ ਕਰਾਂਗਾ। ਕੀ ਕਿਸਾਨ ਉਸ ਪਾर्टी ਨੂੰ एक्सेप्ट करेगा? हम ये कह रहे हैं कि हमारा मसला कोई समाधान करवा दो। और कौन पार्टी बना रहा है? ये सियासी लोग हैं भाई, ये पार्टी तो बनाएंगे, और ये क्या आंदोलन का हिस्सा है? जिसका जो काम है उसको काम करना चाहिए अपना। उस टाइम पे लोग किसको वोट देंगे ये आज तो कोई तय होता नहीं। जिसको जो ठीक लगेगा उसको वोट दे देगा। हमारा वोटिंग मामले में कोई किसी से मतलब नहीं है, जो जिसको ठीक लगेगा उसको वोट दे देगा। हर आदमी राजनीति करता है, कोई आदमी ऐसा नहीं कि जो वोटिंग कर रहा है वो राजनीति ना कर रहा हो। अगर कोई वोटर है तो बिल्कुल ये लगता है कि जो सरपंच है मैं ही सरपंच ही लड़ रहा हूँ। जो जिस पार्टी को सपोर्ट करता है वो पूर्ण रूप से ये चाहता है कि यही पार्टी जीते। तो ये एक अलग विचारधारा देश में है। बिल्कुल जी। और लगातार ਜਿਹੜਾ ਕਿਸਾਨੀ ਸੰਘਰਸ਼ ਦਾ ਧਰਨਾ ਜੋ ਲਗਾਤਾਰ ਜਾਰੀ ਹੈ, ਪਿਛਲੇ 1 ਸਾਲ ਤੋਂ ਜਾਰੀ ਹੈ, ਠੀਕ ਹੈ। ਕਈ ਇਹਦੇ ਵਿੱਚ ਹਿੰਸਕ ਘਟਨਾਵਾਂ ਵੀ ਹੋਈਆਂ, ਲੇਕਿਨ ਫਿਰ ਵੀ ਕੇਂਦਰ ਸਰਕਾਰ ਆਪਣੇ ਅੜੀ ਵਾਲੇ ਰਵੱਈਏ ਤੇ ਅੜੀ ਹੋਈ ਆ ਔਰ ਜੋ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਆ, ਜਿਵੇਂ ਕਿ DAP ਖਾਦ ਨੂੰ ਲੈ ਕੇ, ਬੀਜਾਂ ਨੂੰ ਲੈ ਕੇ ਛੋਟੇ ਛੋਟੇ ਮਸਲੇ ਨੇ। ਲੇਕਿਨ ਇਸ ਤੇ ਤੁਸੀਂ ਕੀ ਇੱਕ ਸੁਨੇਹਾ ਕੇਂਦਰ ਸਰਕਾਰ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਣਾ ਚਾਹੋਗੇ? देखो, अगर केंद्र सरकार किसी पार्टी की सरकार होती तो वह जरूर बातचीत करती। जो आज केंद्र में सरकार है वो मोदी सरकार है, और मोदी सरकार को बड़ी बड़ी कंपनियां चलाती हैं। तो ये सरकार कंपनी की सरकार है। तो ये अभी और ज़्यादा संघर्ष इनके साथ में होगा, और ज़्यादा देश में आंदोलन होंगे। जिस तरह से पूरे सिस्टम को प्राइवेटाइजेशन कर रहा है, उससे महंगाई बढ़ेगी, उससे बेरोजगारी बढ़ेगी, और जो धन है वो एक जगह संग्रह होगा, तो देश में और ज़्यादा आंदोलन होंगे। ये जो देश है अपना, ये कृषि और ऋषि पद्धति पर चलने वाला देश है। इनके साथ में अगर छेड़खानी होगी
तो यहाँ पे हलचल पैदा होगी। तो एग्रीकल्चर को इन्होंने डिस्टर्ब करा है। आप आज लगाओ कि जो हमारे खेत में फसल पैदा होती है वो हमारे दिन में भी नहीं बिकती। आप ज़मीन बेचना चाहो तो ज़मीन आप रात को भी बेच सकते हो। तो ये क्या सिस्टम है? इसका मतलब ज़मीनों के ऊपर बड़ी बड़ी कंपनियों की नज़रें हैं। हमको उसको बचाना है, आंदोलन को सक्सेसफुल करना है। और इस आंदोलन में मजदूर, दुकानदार, व्यापारी, देश का नौजवान, किसान, महिलाएं सब इस आंदोलन से जुड़े हुए हैं। आप पूरे देश में जाओ, घूमो, इस आंदोलन का करंट है। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਨੂੰ ਇੰਨਾ ਸਮਾਂ ਦੇਣ ਵਾਸਤੇ। ਤੁਸੀਂ ਰਕੇਸ਼ ਟਕੈਤ ਜੀ ਦੀ ਜੋ ਸੁਣ ਚੁੱਕੇ ਹੋ ਸਾਰੀ ਵਾਰਤਾਲਾਪ ਵੀ ਕਿਸਾਨੀ ਸੰਘਰਸ਼ ਵਾਸਤੇ ਜੋ ਸੰਯੁਕਤ ਕਿਸਾਨ ਮੋਰਚਾ ਔਰ ਸਾਰੇ ਦੇਸ਼ ਦੇ ਕਿਸਾਨ ਹੈ ਜਿਹੜੇ ਕੀ ਕਰ ਰਹੇ ਨੇ। ਮੈਂ ਸਰਦੂਲਗੜ੍ਹ ਤੋਂ ਗੁਰਜੀਤ ਸਿੰਘ ਸੰਧੂ, ਕੈਮਰਾਮੈਨ ਰਣਜੀਤ ਗਰਗ ਦੇ ਨਾਲ ਖਾਸ ਰਿਪੋਰਟ।